ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੌਂਟਾ ਸਾਹਿਬ ਤੋਂ ਅਨੰਦਪੁਰ ਸਾਹਿਬ ਜਾਂਦੇ ਵਕਤ ਇੱਕ ਸਥਾਨ 'ਤੇ ਰੁਕੇ ਸੀ, ਜਿੱਥੇ ਉਹਨਾਂ ਨੇ ਲੌ ਲੰਗਰ ਪਕਾਇਆ ਸੀ ਤੇ ਨਾਲ ਹੀ ਆਪਣੇ ਪਿਤਾ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਜਿਸ ਸਥਾਨ ਦੇ ਉੱਤੇ ਇੱਕ ਰਾਤ ਲਈ ਰੱਖਿਆ ਗਿਆ ਸੀਗਾ, ਉਸ ਸਥਾਨ ਦੇ ਉੱਤੇ ਵੀ ਉਹ ਗਏ ਸੀ। क्या आप ਇਹਨਾਂ ਦੋਨਾਂ ਸਥਾਨਾਂ ਦੇ ਦਰਸ਼ਨ ਕਰਨਾ ਚਾਹੋਗੇ? ਫਤਿਹ ਦੀ ਸਾਂਝ ਦੇਸ਼ ਵਿਦੇਸ਼ਾਂ 'ਚ ਬੈਠੀਆਂ ਹੋਈਆਂ ਪਿੰਡਾਂ ਵਿੱਚ ਬੈਠੀਆਂ ਹੋਈਆਂ ਸਾਰੀਆਂ ਸੰਗਤਾਂ ਦੇ ਨਾਲ ਇੱਕ ਨਵੇਂ ਦਿਨ ਦੀ ਸ਼ੁਰੂਆਤ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਹੋਰ ਨਵਾਂ ਦਿਹਾੜਾ ਚੜਾਇਆ ਗੁਰੂ ਸਾਹਿਬ ਨੇ ਆਪ ਜੀ ਨੂੰ ਨਵੇਂ ਸਥਾਨਾਂ ਦੇ ਨਵੇਂ ਇਤਿਹਾਸ ਦੱਸਣ ਕਰਕੇ। ਤੇ ਅੱਜ ਆਪ ਜੀ ਨੂੰ ਅਸੀਂ ਲੈ ਕੇ ਚੱਲਾਂਗੇ ਇੱਕ ਨਹੀਂ ਦੋ ਨਹੀਂ ਤਿੰਨ ਇਤਿਹਾਸਿਕ ਸਥਾਨ ਦਿਖਾਉਣ ਵਾਸਤੇ, ਜਿਹਦੇ ਵਿੱਚ 2 ਗੁਰਦੁਆਰਾ ਸਾਹਿਬ ਹੋਣਗੇ ਤੇ ਇੱਕ ਇਤਿਹਾਸਿਕ ਸਥਾਨ ਹੈ। ਤੇ ਉਹ ਸਥਾਨ ਨੇ ਜੀਰਕਪੁਰ ਮੋਹਾਲੀ ਪੰਜਾਬ ਦੇ ਅੰਦਰ। ਪਹਿਲਾ ਸਥਾਨ ਹੋਵੇਗਾ ਗੁਰਦੁਆਰਾ ਸ਼੍ਰੀ ਲੋਹਗੜ੍ਹ ਸਾਹਿਬ ਜੀ, ਦੂਸਰਾ ਗੁਰਦੁਆਰਾ ਸ਼੍ਰੀ ਨਾਭਾ ਸਾਹਿਬ ਜੀ ਪਾਤਸ਼ਾਹੀ 9ਵੀਂ ਤੇ 10ਵੀਂ, ਤੇ ਤੀਸਰਾ ਇੱਕ ਐਸਾ ਸਥਾਨ ਜਿਹੜਾ ਕਿ ਪੀਰ ਦਰਗਾਹੀ ਸ਼ਾਹ ਫਕੀਰ ਜੀ ਦੀ ਮਜ਼ਾਰ ਹੈ। ਤਿੰਨਾਂ ਦਾ ਇਤਿਹਾਸ ਆਪਸ ਵਿੱਚ ਜੁੜਿਆ ਹੋਇਆ ਹੈ ਤੇ ਬੜਾ ਜ਼ਰੂਰੀ ਹੈ ਕਿ ਤਿੰਨਾਂ ਦਾ ਇਤਿਹਾਸ ਤੇ ਤਿੰਨਾਂ ਸਥਾਨਾਂ ਦੇ ਆਪ ਜੀ ਨੂੰ ਦਰਸ਼ਨ ਕਰਾਏ ਜਾਣ। ਸੋ ਇਹ ਸਾਰੀ ਚੀਜ਼ਾਂ ਇੱਕ ਦੇ ਦੂਸਰੇ ਦੇ ਨਾਲ ਹੀ ਨੇ ਤੇ ਚੱਲੇ ਆ ਆਪ ਜੀ ਨੂੰ ਦਿਖਾਣੇ ਆ ਸਾਰੇ ਸਥਾਨ ਤੇ ਕਰਾਣੇ ਆ ਦਰਸ਼ਨ ਤੇ ਜਾਣੋ ਇੱਥੇ ਦਾ ਸੰਪੂਰਨ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। रमज़ा तेरिया वे बाबा वाह रमज़ा तेरिया वाहे गुरु जी वाहे गुरु वाह रमज़ा तेरिया वे बाबा वाह रमज़ा तेरिया वे तेरी मौज चो वे तेरी फौज चो वाहे गुरु जी तेरी मौज चो वे तेरी फौज चो बाबा मिलनो दलेरिया वाह रमज़ा तेरिया वे बाबा वाह रमज़ा तेरिया वाह रमज़ा तेरिया वे बाबा वाह रमज़ा तेरिया। ਜਿਉਂਦਿਆਂ ਦੇ ਵਿੱਚ ਕਰਿਆ ਸੀ ਜੋਸ਼ ਐਸਾ ਭਰਿਆ ਸੀ ਵਾਹਿਗੁਰੂ ਜੀ ਵਾਹਿਗੁਰੂ ਕਰ ਕੋਈ ਨਾ ਸਕਦਾ ਓ ਜੋ ਤੁਸਾਂ ਨੇ ਕਰਿਆ ਸੀ ਜੀ ਗੁਰੂ ਗ੍ਰੰਥ ਚੋਂ ਜੀ ਤੇਰੇ ਪੰਥ ਚੋਂ ਗੁਰੂ ਗ੍ਰੰਥ ਚੋਂ ਜੀ ਤੇਰੇ ਪੰਥ ਚੋਂ दाता मिलनो बथेरिया वाह रमज़ा। संगत जी हुण असी आप पुजे गए गुरुद्वारा नाभा साहब जी पातशाही 9ਵੀਂ ਅਤੇ ਪਾਤਸ਼ਾਹੀ 10ਵੀਂ। ਕੱਲ जिस गुरुद्वारा साहब जी ਦੇ आप जी ਨੂੰ ਦਰਸ਼ਨ ਕਰਾਏ ਸੀਗੇ, यानी कि गुरुद्वारा श्री बावली साहब जी, ਉਹਨਾਂ ਤੋਂ ਇਹ ਸਥਾਨ ਤਕਰੀਬਨ 5 ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਸਥਾਨ ਦਾ ਸੰਬੰਧ ਇੱਕ ਹੋਰ ਵੀ ਗੁਰਦੁਆਰਾ ਸਾਹਿਬ ਜੀ ਨਾਲ ਜੁੜਿਆ ਹੋਇਆ ਹੈਗਾ, ਜਿਹਨੂੰ ਗੁਰਦੁਆਰਾ ਸ਼੍ਰੀ ਲੋਹਗੜ੍ਹ ਸਾਹਿਬ ਆਖਿਆ ਜਾਂਦਾ ਹੈਗਾ। ਅੱਜ ਇਸ ਐਪੀਸੋਡ ਵਿੱਚ ਆਪ ਜੀ ਨੂੰ ਉਹ 2 ਗੁਰਦੁਆਰਿਆਂ ਦੇ ਦਰਸ਼ਨ ਤੇ ਕਰਾਵਾਂਗੇ ਹੀ, ਨਾਲ ਇੱਕ ਹੋਰ ਸਥਾਨ ਹੈਗਾ ਜਿਹੜਾ ਕਿ ਪੀਰ ਸਾਹਿਬ ਦੀ ਦਰਗਾਹ ਹੈ, ਉਹਦੇ ਵੀ ਦਰਸ਼ਨ ਕਰਾਵਾਂਗੇ ਤੇ ਸਾਰਿਆਂ ਦਾ ਇਤਿਹਾਸ ਦੱਸਾਂਗੇ। ਪਰ ਸਭ ਤੋਂ ਪਹਿਲੇ ਅੱਜ ਆਪ ਜੀ ਨੂੰ ਇੱਥੇ ਦਾ ਇਤਿਹਾਸ ਦੱਸਾਂਗੇ, ਬਾਅਦ ਵਿੱਚ ਆਪ ਜੀ ਨੂੰ ਲੈ ਕੇ ਚੱਲਾਂਗੇ ਵਾਰੀ ਇੱਕ ਸਥਾਨ ਦੇ ਉੱਤੇ ਸਾਰੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਉਣ ਲਈ। ਤੇ ਉਸ ਤੋਂ ਵੀ ਪਹਿਲਾਂ ਆਪ ਜੀ ਨੂੰ ਦੱਸਣੇ ਆ ਗਿਆ ਇਸ ਸਥਾਨ ਦਾ ਜਨਰਲ ਇਤਿਹਾਸ। ਦਿੱਲੀ ਤੋਂ ਇਹ ਸਥਾਨ ਤਕਰੀਬਨ 250 ਕਿਲੋਮੀਟਰ ਦੂਰ ਹੈ ਤੇ ਅਨੰਦਪੁਰ ਸਾਹਿਬ ਇੱਥੋਂ ਪੁੱਜਣ ਵਾਸਤੇ 90 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਟ੍ਰੇਨ ਸਟੇਸ਼ਨ ਜਿਹੜਾ ਹੈਗਾ ਚੰਡੀਗੜ੍ਹ ਦਾ ਉਹ 10 ਕਿਲੋਮੀਟਰ ਦੂਰ ਹੈ, 에ਅਰਪੋਰਟ 15 ਕਿਲੋਮੀਟਰ ਦੂਰ ਤੇ ISBT यानी कि ਇੰਟਰਸਟੇਟ ਬੱਸ ਟਰਮੀਨਸ ਉਹ ਇੱਥੋਂ 20 ਕਿਲੋਮੀਟਰ ਦੀ ਦੂਰੀ ਤੇ ਹੈ। ਸੋ ਕਹਿਣ ਦਾ ਭਾਵ ਹੈਗਾ ਕਿ ਸਭ ਕੁਝ ਨੇੜੇ ਹੈ। ਏਕੜਾਂ ਵਿੱਚ ਫੈਲਿਆ ਹੋਇਆ ਸਥਾਨ, ਇੱਥੇ ਰਹਿਣ ਦਾ ਵੀ ਸੋਹਣਾ ਪ੍ਰਬੰਧ ਹੈ, ਲੰਗਰ ਵੀ 24 ਘੰਟੇ ਚੱਲਦਾ ਹੈਗਾ
ਤੇ ਹੋਰ ਕਾਫੀ ਸਾਰੀਆਂ ਸਹੂਲਤਾਂ ਹੈਗੀਆਂ ਜਿਸ ਤਰ੍ਹਾਂ ਕਾਰ ਪਾਰਕਿੰਗ ਇਤਿਆਦਿ। तो चलो ਚੱਲੇ ਹਾਂ, ਪਹਿਲੇ ਆਪ ਜੀ ਨੂੰ ਬੈਠ ਕੇ ਇੱਥੇ ਦਾ ਇਤਿਹਾਸ ਦੱਸਦੇ ਹਾਂ, ਉਸ ਤੋਂ ਉਪਰੰਤ ਫਿਰ ਆਪ ਜੀ ਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सब सिखन को हुक्म है, गुरु मान्यो ग्रंथ। ਸੰਗਤ ਜੀ, ਅੱਜ ਆਪ ਜੀ ਨੂੰ ਇਸ ਸਥਾਨ ਦੇ ਨਾਲ ਜੁੜੇ ਹੋਏ ਦੋ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਉਣ ਤੋਂ ਪਹਿਲਾਂ ਅਸੀਂ ਆਪ ਜੀ ਨੂੰ ਸਰਵਣ ਕਰਾਵਾਂਗੇ ਪਾਤਸ਼ਾਹੀ 9ਵੀਂ ਤੇ ਪਾਤਸ਼ਾਹੀ 10ਵੀਂ ਦੋਨਾਂ ਦਾ ਇਸ ਗੁਰਦੁਆਰਾ ਸਾਹਿਬ ਤੋਂ ਸੰਬੰਧਿਤ ਇਤਿਹਾਸ, ਕਿਉਂਕਿ ਉਹ ਇਤਿਹਾਸ ਜਾਣਨਾ ਸਾਡੇ ਵਾਸਤੇ ਜ਼ਰੂਰੀ ਹੈ। ਆਪ ਜੀ ਨੂੰ ਇਸ ਪੂਰੇ ਗੁਰਦੁਆਰਾ ਸਾਹਿਬ ਜੀ ਦਾ ਸਾਰਾ ਇਤਿਹਾਸ ਡਿਟੇਲ ਵਿੱਚ ਦੱਸਣ ਵਾਸਤੇ। ਅਕਸਰ ਆਖਿਆ ਜਾਂਦਾ ਹੈਗਾ ਕਿ ਪਹਿਲੀ ਪਾਤਸ਼ਾਹੀ, 9ਵੀਂ ਪਾਤਸ਼ਾਹੀ, 10ਵੀਂ ਪਾਤਸ਼ਾਹੀ ਜਿਹੜੀ ਵੀ ਜਿਸ ਸਥਾਨ 'ਤੇ ਗਈ ਹੋਵੇ ਉਹਨਾਂ ਦੇ ਉਸ ਸਥਾਨ ਦੇ ਉੱਤੇ ਚਰਨ ਪਏ ਜਾਂ ਉਸ ਸਥਾਨ ਨੂੰ ਉਹਨਾਂ ਦੀ ਚਰਨ ਛੋਹ ਪ੍ਰਾਪਤ ਹੈ। ਪਰ ਇਸ ਸਥਾਨ ਨਾਲ ਕੁਝ ਵਿਲੱਖਣ ਹੀ ਹੋਇਆ। ਗੁਰਦੁਆਰਾ ਸ਼੍ਰੀ ਨਾਭਾ ਸਾਹਿਬ ਪਾਤਸ਼ਾਹੀ 9ਵੀਂ ਅਤੇ 10ਵੀਂ ਇਹ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 9ਵੀਂ ਪਾਤਸ਼ਾਹੀ ਉਹਨਾਂ ਦੇ ਚਰਨ ਨਹੀਂ ਪਏ, ਬਲਕਿ ਸ਼ਹਾਦਤ ਤੋਂ ਬਾਅਦ ਉਹਨਾਂ ਦਾ ਸੀਸ ਇਸ ਸਥਾਨ ਦੇ ਉੱਤੇ ਆਇਆ। ਆਓ ਸ਼ੁਰੂਆਤ ਇੱਥੋਂ ਹੀ ਕਰਨੇ ਹੈਗੇ ਆ। ਦਿੱਲੀ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਹੋਣ ਤੋਂ ਉਪਰੰਤ ਭਾਈ ਜੈਤਾ ਜੀ ਉਹਨਾਂ ਦੇ ਸੀਸ ਨੂੰ ਲੁਕਦੇ ਛੁਪਦੇ ਅਦਬ ਦੇ ਨਾਲ ਆਪਣੇ ਕੋਲ ਸਾਂਭ ਕੇ ਬਾਗਪਤ, ਤਰਾਵੜੀ, ਅੰਬਾਲਾ ਹੁੰਦੇ ਹੋਏ ਇਹ ਸਥਾਨ ਜਿਹਨੂੰ ਹੁਣ ਅਸੀਂ ਗੁਰਦੁਆਰਾ ਸ਼੍ਰੀ ਨਾਭਾ ਸਾਹਿਬ ਜੀ ਦੇ ਨਾਂ ਤੋਂ ਜਾਣਦੇ ਹੈਗੇ ਹਾਂ, ਉੱਥੇ ਆ ਪੁੱਜਦੇ ਨੇ। ਇੱਥੇ ਇੱਕ ਬੜਾ ਵੱਡਾ ਘਣਾ ਜੰਗਲ ਹੁੰਦਾ ਹੈਗਾ, ਰਾਤ ਦਾ ਸਮਾਂ ਹੈਗਾ। ਦੂਰ ਉਹਨਾਂ ਨੂੰ ਇੱਕ ਕੁਟੀਆ ਨਜ਼ਰ ਆਉਂਦੀ ਹੈਗੀ ਤੇ ਉਹ ਕੁਟੀਆ ਦੇ ਵਿੱਚ ਪਹੁੰਚਦੇ ਨੇ। ਉੱਥੇ ਉਹਨਾਂ ਦੀ ਮੁਲਾਕਾਤ ਹੁੰਦੀ ਹੈਗੀ ਪੀਰ ਦਰਗਾਹੀ ਸ਼ਾਹ ਫਕੀਰ ਜੀ ਨਾਲ। ਪੀਰ ਸਾਹਿਬ ਗੁਰੂ ਘਰ ਨਾਲ ਬੜੇ ਹੀ ਜੁੜੇ ਹੋਏ ਸੀਗੇ। ਜਦ ਉਹਨਾਂ ਨੂੰ ਭਾਈ ਜੈਤਾ ਜੀ ਦੇ ਆਉਣ ਦਾ ਇੱਥੇ ਪਤਾ ਲੱਗਦਾ ਹੈ ਤੇ ਉਹ ਪੁੱਛਦੇ ਨੇ ਕਿ ਆਪ ਜੀ ਦਾ ਇੱਥੇ ਆਉਣਾ ਕਿਸ ਤਰੀਕੇ ਨਾਲ ਹੋਇਆ। ਭਾਈ ਜੈਤਾ ਜੀ ਉਹਨਾਂ ਨੂੰ ਸਾਰੀਆਂ ਗੱਲਾਂ ਗੁਰੂ ਸਾਹਿਬ ਦੀ ਸ਼ਹਾਦਤ ਦੇ ਨਾਲ ਜਿਹੜੀ ਸੰਬੰਧਿਤ ਸੀਗੀਆਂ ਬੜੇ ਵਿਸਤਾਰ ਨਾਲ ਦੱਸਦੇ ਨੇ ਤੇ ਸੁਣਦੇ ਸੁਣਦੇ ਪੀਰ ਜੀ ਦੀ ਅੱਖਾਂ ਦੇ ਵਿੱਚ ਹਥਰੂ ਨਹੀਂ ਰੁਕਦੇ। ਉਹਨਾਂ ਦੀ ਅਸ਼ਰੂ ਧਾਰਾ ਬਹਿੰਦੀ ਰਹਿੰਦੀ ਹੈਗੀ ਤੇ ਉਹ ਵਿਰਾਗ ਵਿੱਚ ਆ ਜਾਂਦੇ ਨੇ। ਭਾਈ ਜੈਤਾ ਜੀ ਨੂੰ ਉਹ ਕਹਿੰਦੇ ਨੇ ਕਿ ਤੁਸੀਂ ਫਿਕਰ ਨਾ ਕਰੋ, ਇਸ਼ਨਾਨ ਪਾਣੀ ਕਰਕੇ ਤੁਸੀਂ ਲੰਗਰ ਛਕੋ ਤੇ ਗੁਰੂ ਸਾਹਿਬ ਜੀ ਦੇ ਸੀਸ ਦਾ ਖਿਆਲ ਤੇ ਸੇਵਾ ਮੈਂ ਕਰਾਂਗਾ। ਇਤਿਹਾਸਕਾਰ ਦੱਸਦੇ ਨੇ ਕਿ ਪੀਰ ਸਾਹਿਬ ਨੇ ਉਸ ਵਕਤ ਇੱਕ ਮਿੱਟੀ ਦਾ ਚਬੂਤਰਾ ਬਣਾਇਆ, ਇੱਕ ਉੱਚਾ ਚਬੂਤਰਾ, ਉਹਦੇ ਉੱਤੇ ਵਿਛਾਈ ਕਰ ਬੜੇ ਅਦਬ ਤੇ ਸਤਿਕਾਰ ਨਾਲ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਉੱਥੇ ਰੱਖਿਆ। ਸਾਰੀ ਰਾਤ ਉਹ ਨਿਹਾਰਦੇ ਰਹੇ ਉਸ ਸੀਸ ਨੂੰ ਤੇ ਰੋਂਦੇ ਰਹੇ। ਸਵੇਰ ਕਿਸ ਤਰੀਕੇ ਨਾਲ ਹੋ ਗਈ ਪਤਾ ਹੀ ਨਹੀਂ ਚੱਲਿਆ। ਸਵੇਰ ਹੋਣ ਤੋਂ ਬਾਅਦ ਭਾਈ ਜੈਤਾ ਜੀ ਨੇ ਇਸ਼ਨਾਨ ਪਾਣੀ ਕੀਤਾ ਤੇ ਉਹ ਅੱਗੇ ਚਾਲੇ ਪਾਉਣ ਵਾਸਤੇ ਤਿਆਰ ਹੋ ਗਏ। ਤਾਂ ਪੀਰ ਸਾਹਿਬ ਨੇ ਭਾਈ ਜੈਤਾ ਜੀ ਨੂੰ ਆਖਿਆ ਕਿ ਭਾਈ ਮੈਂ ਬਹੁਤ ਬਿਰਧ ਹੋ ਗਿਆ ਹੈਗਾ। ਕੁਝ ਇਤਿਹਾਸਕਾਰਾਂ ਦਾ ਦੱਸਣਾ ਹੈਗਾ ਕਿ ਪੀਰ ਦਰਗਾਹੀ ਸ਼ਾਹ ਫਕੀਰ ਜੀ ਦੀ ਉਸ ਵਕਤ ਉਮਰ ਤਕਰੀਬਨ 240 ਵਰ੍ਹਿਆਂ ਦੀ ਸੀਗੀ ਤੇ ਪੀਰ ਸਾਹਿਬ ਕਹਿੰਦੇ ਨੇ ਕਿ ਮੇਰੇ ਕੋਲ ਹੁਣ ਚੱਲਣ ਨਹੀਂ ਹੁੰਦਾ। ਮੇਰੀ ਬੜੀ ਦਿਲੀ ਇੱਛਾ ਹੈਗੀ ਕਿ ਮੈਂ 10ਵੀਂ ਪਾਤਸ਼ਾਹੀ ਗੁਰੂ ਨਾਨਕ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈਗਾ, ਕਿਉਂਕਿ ਮੈਂ ਚੱਲਣ ਵਿੱਚ ਅਸਮਰਥ ਹੈਗਾ ਤੇ ਜੇਕਰ ਉਹ ਆਪ ਆ ਕੇ ਮੈਨੂੰ ਇੱਥੇ ਦਰਸ਼ਨ ਦੇਣ ਤੇ ਮੇਰੀ ਇੱਛਾ ਪੂਰੀ ਹੋ ਜਾਏਗੀ। ਭਾਈ ਜੈਤਾ ਜੀ ਪੀਰ ਸਾਹਿਬ ਜੀ ਦਾ ਸੁਨੇਹਾ ਲੈ ਕੇ ਅੱਗੇ ਚਾਲੇ ਪਾ ਜਾਂਦੇ ਨੇ ਤੇ ਅਨੰਦਪੁਰ ਸਾਹਿਬ ਪਹੁੰਚਦੇ ਨੇ। ਅਨੰਦਪੁਰ ਸਾਹਿਬ ਪਹੁੰਚਣ ਦੇ ਪਛਾਤ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਹਨਾਂ ਨੂੰ ਮਿਲਣਾ ਹੁੰਦਾ ਹੈ। ਉਹਨਾਂ ਨੂੰ ਗਲਵਕੜੀ ਲਗਾ ਕੇ
ਰੰਗਰੇਟਾ ਗੁਰੂ ਦਾ ਬੇਟਾ ਦਾ ਖਿਤਾਬ ਵੀ ਦਿੱਤਾ ਜਾਂਦਾ ਹੈਗਾ। ਤੇ ਗੁਰੂ ਸਾਹਿਬ ਉਹਨਾਂ ਕੋਲ ਵਿਸਤਾਰ ਵਿੱਚ ਸਾਰੀਆਂ ਚੀਜ਼ਾਂ ਪੁੱਛਦੇ ਨੇ ਕਿ ਸ਼ਹਾਦਤ ਦੇ ਵਕਤ ਕੀ ਹੋਇਆ ਤੇ ਰਸਤੇ ਦੇ ਵਿੱਚ ਖਾਸ ਤੌਰ ਤੇ ਆਪ ਨੂੰ ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਸ ਵਕਤ ਭਾਈ ਜੈਤਾ ਜੀ ਪੀਰ ਸਾਹਿਬ ਜੀ ਦਾ ਜ਼ਿਕਰ ਗੁਰੂ ਸਾਹਿਬ ਨੂੰ ਕਰਦੇ ਨੇ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਭਾਈ ਜੈਤਾ ਜੀ ਦੀ ਮਦਦ ਕੀਤੀ। ਰਾਤ ਸਾਰੀ ਆਪ ਬੈਠ ਕੇ ਗੁਰੂ ਸਾਹਿਬ ਦੇ ਸੀਸ ਦਾ ਖਿਆਲ ਰੱਖਿਆ ਤੇ ਉਹਨਾਂ ਦੀ ਜਿਹੜੀ ਇੱਛਾ ਸੀਗੀ ਉਹ ਵੀ ਗੁਰੂ ਸਾਹਿਬ ਨੂੰ ਦੱਸੀ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਵਕਤ ਆਖਿਆ ਕਿ ਅਸੀਂ ਪੀਰ ਸਾਹਿਬ ਜੀ ਨੂੰ ਦਰਸ਼ਨ ਜ਼ਰੂਰ ਦੇਵਾਂਗੇ। ਹੁਣ ਸਮੇਂ ਆਉਂਦਾ ਹੈ ਭੰਗਾਣੀ ਦੇ ਯੁੱਧ ਦਾ। ਭੰਗਾਣੀ ਦਾ ਯੁੱਧ ਖਤਮ ਹੋ ਚੁੱਕਿਆ ਹੈਗਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੌਂਟਾ ਸਾਹਿਬ ਤੋਂ ਚਾਲੇ ਪਾ ਕੇ ਵਾਪਸ ਅਨੰਦਪੁਰ ਸਾਹਿਬ ਵੱਲ ਜਾ ਰਹੇ ਨੇ ਤੇ ਰਸਤੇ ਵਿੱਚ ਇੱਕ ਸਥਾਨ ਆਉਂਦਾ ਹੈਗਾ ਜਿਹਦਾ ਹੁਣ ਨਾਂ ਹੈਗਾ ਲੋਹਗੜ੍ਹ, ਪਿੰਡ ਲੋਹਗੜ੍ਹ। ਟਕੋਲੀ ਤੋਂ ਬਾਅਦ ਇਸ ਸਥਾਨ ਦੇ ਉੱਤੇ ਲੋਹਗੜ੍ਹ ਦੇ ਵਿੱਚ ਆ ਕੇ ਗੁਰੂ ਸਾਹਿਬ ਨੇ ਆਪਣਾ ਡੇਰਾ ਲਾਇਆ। ਉਹਨਾਂ ਦੇ ਨਾਲ ਉਹਨਾਂ ਦਾ ਪਰਿਵਾਰ ਤੇ ਹੋਰ ਸਿੰਘ ਸਾਹਿਬਾਨ ਤੇ ਲਸ਼ਕਰ ਪੂਰਾ ਸੀਗਾ, ਫੌਜ ਵੀ ਸੀਗੀ। ਸਿੰਘਾਂ ਨੇ ਆ ਕੇ ਇੱਥੇ ਆਪਣੇ ਘੋੜੇ ਬੰਦੇ, ਆਪਣੇ ਕਮਰ ਕੱਸੇ ਖੋਲੇ। ਉਪਰੰਤ ਲੋਹ ਲੰਗਰ ਤਿਆਰ ਕੀਤਾ ਗਿਆ। ਲੋਹ ਲੰਗਰ ਦਾ ਅਰਥ ਹੁੰਦਾ ਹੈਗਾ ਕਿ ਲੋਹੇ ਦਾ ਬਹੁਤ ਵੱਡਾ ਤਵਾ ਜਿਹਦੇ ਉੱਤੇ ਲੰਗਰ ਤਿਆਰ ਕੀਤਾ ਜਾਂਦਾ ਹੈ ਤੇ ਇਸੇ ਕਰਕੇ ਕਾਲਾਂਤਰ ਵਿੱਚ ਇਸ ਸਥਾਨ ਦਾ ਨਾਂ ਗੁਰਦੁਆਰਾ ਸ਼੍ਰੀ ਲੋਹਗੜ੍ਹ ਪਿਆ ਤੇ ਪਿੰਡ ਦਾ ਨਾਂ ਵੀ ਲੋਹਗੜ੍ਹ ਇਸੇ ਤੋਂ ਬਾਅਦ ਰੱਖਾ ਗਿਆ। ਲੰਗਰ ਪਾਣੀ ਛਕਣ ਤੋਂ ਬਾਅਦ ਗੁਰੂ ਸਾਹਿਬ ਨੂੰ ਭਾਈ ਜੈਤਾ ਜੀ ਦੱਸਦੇ ਨੇ ਕਿ ਇਹ ਸਥਾਨ ਪੀਰ ਸਾਹਿਬ ਜੀ ਦੇ ਸਥਾਨ ਤੋਂ ਬਹੁਤ ਨਜ਼ਦੀਕ ਹੈਗਾ। ਜਦ ਗੁਰੂ ਸਾਹਿਬ ਨੂੰ ਇਹ ਪਤਾ ਲੱਗਦਾ ਹੈਗਾ ਤੇ ਉਹ ਸੰਗਤਾਂ ਨੂੰ ਲੈ ਨੰਗੀ ਪੈਰੀ ਆਪ ਚੱਲ ਕੇ ਪੀਰ ਸਾਹਿਬ ਦੇ ਘਰ ਜਿਹੜੀ ਉਹਨਾਂ ਦੀ ਕੁਟੀਆ ਹੁੰਦੀ ਹੈਗੀ, ਜਿੱਥੇ ਹੁਣ ਇਹ ਸੋਹਣਾ ਜਿਹਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਗੁਰਦੁਆਰਾ ਸ਼੍ਰੀ ਨਾਭਾ ਸਾਹਿਬ, ਉੱਥੇ ਪੁੱਜਦੇ ਨੇ। ਪੀਰ ਦਰਗਾਹੀ ਸ਼ਾਹ ਫਕੀਰ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦੇ ਨੇ। ਉਹਨਾਂ ਦਾ ਵੈਰਾਗ ਨਹੀਂ ਰੁਕਦਾ, ਅੱਖਾਂ ਵਿੱਚੋਂ ਅਸਰੂ ਨਹੀਂ ਰੁਕਦੇ। ਗੁਰੂ ਸਾਹਿਬ ਉਹਨਾਂ ਤੋਂ ਉਹਨਾਂ ਦੀ ਇੱਛਾ ਪੁੱਛਦੇ ਨੇ ਤੇ ਪੀਰ ਸਾਹਿਬ ਕਹਿੰਦੇ ਨੇ ਕਿ ਹੁਣ ਤੇ ਮੁਕਤੀ ਪਾਉਣ ਦੀ ਹੀ ਇੱਛਾ ਹੈਗੀ। ਉਸ ਵਕਤ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਉਚਾਰੇ ਕਿ ਪੀਰ ਸਾਹਿਬ ਹਲੇ ਤੁਹਾਡੇ ਜਾਣ ਦਾ ਸਮਾਂ ਨਹੀਂ ਆਇਆ, ਹਲੇ ਤੁਸੀਂ ਹੋਰ ਭਜਨ ਬੰਦਗੀ ਕਰਨੀ ਹੈਗੀ। ਗੁਰੂ ਸਾਹਿਬ ਦਾ ਇਸ ਸਥਾਨ ਦੇ ਉੱਤੇ ਇੱਕ ਰਾਤ ਰੁਕਣ ਦਾ ਜ਼ਿਕਰ ਆਉਂਦਾ ਹੈ ਇਤਿਹਾਸ ਵਿੱਚ। ਗੁਰੂ ਸਾਹਿਬ ਭਾਈ ਜੈਤਾ ਜੀ ਕੋਲ ਪੁੱਛਦੇ ਨੇ ਕਿ ਉਹ ਕਿਹੜਾ ਸਥਾਨ ਸੀ ਜਿੱਥੇ ਉਹਨਾਂ ਦੇ ਪਿਤਾ ਨਵੀਂ ਪਾਤਸ਼ਾਹੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਇੱਕ ਰਾਤ ਲਈ ਰੱਖਿਆ ਗਿਆ ਸੀਗਾ ਤੇ ਉਹਦੀ ਸੇਵਾ ਸੰਭਾਲ ਕੀਤੀ ਗਈ ਸੀਗੀ। ਭਾਈ ਜੈਤਾ ਜੀ ਉਹਨਾਂ ਨੂੰ ਉਹ ਸਥਾਨ ਦਿਖਾਉਂਦੇ ਨੇ। ਇਹ ਉਹ ਸਥਾਨ ਹੈਗਾ ਜਿਹੜਾ ਕਿ ਗੁਰਦੁਆਰਾ ਸ਼੍ਰੀ ਨਾਭਾ ਸਾਹਿਬ ਜੀ ਦੇ ਅੰਦਰ ਜਿੱਥੇ ਪਾਲਕੀ ਸਾਹਿਬ ਸੁਸ਼ੋਭਿਤ ਹੈ, ਜਿਹੜਾ ਥੜਾ ਬਣਿਆ ਹੋਇਆ ਹੈਗਾ, ਇਹ ਉਹ ਥੜਾ ਹੈ ਜਿੱਥੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਇੱਕ ਰਾਤ ਦੇ ਲਈ ਰੱਖਿਆ ਗਿਆ ਸੀਗਾ। ਗੁਰੂ ਸਾਹਿਬ ਉਸ ਸਥਾਨ ਦਾ ਬੜਾ ਆਦਰ ਸਤਿਕਾਰ ਕਰਦੇ ਨੇ ਤੇ ਉਪਰੰਤ ਫਿਰ ਅੱਗੇ ਚਾਲੇ ਪਾ ਜਾਂਦੇ ਨੇ। ਇਹ ਸੀਗਾ ਇਸ ਸਥਾਨ ਦੇ ਨਾਲ ਦੋ ਗੁਰਦੁਆਰਿਆਂ ਤੋਂ ਸੰਬੰਧਿਤ ਇਤਿਹਾਸ, ਜਿਹੜਾ ਕਿ ਗੁਰਦੁਆਰਾ ਸ਼੍ਰੀ ਲੋਹਗੜ੍ਹ ਸਾਹਿਬ ਪਾਤਸ਼ਾਹੀ 10ਵੀਂ, ਗੁਰਦੁਆਰਾ ਸ਼੍ਰੀ ਨਾਭਾ ਸਾਹਿਬ ਪਾਤਸ਼ਾਹੀ 9ਵੀਂ ਅਤੇ 10ਵੀਂ ਦਾ ਜੁੜਿਆ ਹੋਇਆ ਸੀ, ਜਿਹੜਾ 9ਵੀਂ ਪਾਤਸ਼ਾਹੀ ਅਤੇ 10ਵੀਂ ਪਾਤਸ਼ਾਹੀ ਦੋਨਾਂ ਦੇ ਨਾਲ ਸੰਬੰਧਿਤ ਸੀਗਾ। ਇਸ ਸਥਾਨ ਨਾਲ ਇੱਕ ਸਾਖੀ ਹੋਰ ਵੀ ਜੁੜੀ ਹੋਈ ਹੈਗੀ। ਇਤਿਹਾਸਕਾਰ ਦੱਸਦੇ ਨੇ ਕਿ ਬਾਅਦ ਬਾਬਾ ਬੰਦਾ ਸਿੰਘ ਜੀ ਦਾ ਇਸ ਸਥਾਨ ਦੇ ਉੱਤੇ ਆਉਣਾ ਹੋਇਆ, ਯਾਨੀ ਕਿ ਗੁਰਦੁਆਰਾ ਨਾਭਾ ਸਾਹਿਬ ਵਿੱਚ। ਇਸੇ ਸਥਾਨ ਤੋਂ ਉਹਨਾਂ ਨੇ ਸਰਹਿੰਦ ਦੇ ਸੂਬੇ ਨੂੰ ਇੱਕ ਪੱਤਰ ਲਿਖਿਆ ਤੇ ਜਿਹਦੇ ਵਿੱਚ ਇਹ ਲਿਖਿਆ ਸੀਗਾ ਕਿ ਹੁਣ ਸਮਾਂ ਆ ਗਿਆ ਹੈ ਤੁਹਾਡੇ ਜ਼ੁਲਮਾਂ ਦਾ ਬਦਲਾ ਲੈਣ ਲਈ ਤੇ ਖਾਲਸਾ ਇੱਥੇ ਪਹੁੰਚ ਚੁੱਕਿਆ ਹੈ। ਤੇ ਇਸ ਤਰ੍ਹਾਂ ਹੀ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ ਤੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ, ਜਿਹੜਾ ਕਿ ਇਤਿਹਾਸ ਵਿੱਚ ਦਰਜ ਹੈਗਾ। ਇਸ ਸਥਾਨ ਦਾ ਸੰਪੂਰਨ ਇਤਿਹਾਸ ਆਪ ਜੀ ਨੂੰ ਦੱਸਣ ਤੋਂ ਉਪਰੰਤ ਹੁਣ ਆਪ ਜੀ ਨੂੰ ਦਰਸ਼ਨ ਕਰਾਉਣ ਦੀ ਸ਼ੁਰੂਆਤ ਕਰਨੇ ਆ। ਪਹਿਲੇ ਉਸ ਸਥਾਨ ਦੇ ਨਾਲ ਜਿੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹਿਲੇ ਆ ਕੇ ਰੁਕੇ, ਯਾਨੀ ਕਿ ਗੁਰਦੁਆਰਾ ਸ਼੍ਰੀ ਲੋਹਗੜ੍ਹ ਸਾਹਿਬ ਪਾਤਸ਼ਾਹੀ 10ਵੀਂ। ਉਪਰੰਤ ਫਿਰ ਆਪ ਜੀ ਨੂੰ ਲੈ ਕੇ ਆਵਾਂਗੇ ਗੁਰਦੁਆਰਾ ਨਾਭਾ ਸਾਹਿਬ ਵਿੱਚ ਤੇ ਨਾਲ ਹੀ ਆਪ ਜੀ ਨੂੰ ਉਸ ਸਥਾਨ ਦੇ ਵੀ ਦਰਸ਼ਨ ਕਰਾਵਾਂਗੇ ਜਿੱਥੇ ਕਿ ਪੀਰ ਜੀ ਦੀ ਦਰਗਾਹ ਹੈਗੀ, ਉਹਨਾਂ ਦੀ ਮਜ਼ਾਰ ਹੈ, ਜਿਹੜੀ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਬਣੀ ਹੋਈ ਹੈਗੀ ਤੇ ਉਹਦਾ ਨਿਰਮਾਣ ਕਾਰ, ਉਹਦਾ ਪੁਨਰ ਨਿਰਮਾਣ ਕਾਰ ਅਗਰ ਇਸ ਤਰ੍ਹਾਂ ਕਹੀਏ ਤੇ ਉਹ ਵੀ ਚੱਲਦਾ ਪਿਆ ਹੈਗਾ। ਤੇ ਆਓ ਚੱਲੇ ਹੈਗੇ ਹਾਂ
ਸਭ ਤੋਂ ਪਹਿਲੇ ਗੁਰਦੁਆਰਾ ਸ਼੍ਰੀ ਲੋਹਗੜ੍ਹ ਸਾਹਿਬ ਜੀ ਪਾਤਸ਼ਾਹੀ 10ਵੀਂ। ਸੰਗਤ ਜੀ, ਆਪ ਜੀ ਹੁਣ ਦਰਸ਼ਨ ਕਰ ਰਹੇ ਹੈਗੇ ਹੋ ਗੁਰਦੁਆਰਾ ਸ਼੍ਰੀ ਲੋਹਗੜ੍ਹ ਸਾਹਿਬ ਜੀ ਪਾਤਸ਼ਾਹੀ 10ਵੀਂ ਦੇ। ਮੇਨ ਰੋਡ ਤੋਂ ਹੀ ਆਪ ਜੀ ਨੂੰ ਗੁਰਦੁਆਰੇ ਦੀ ਬਿਲਡਿੰਗ ਦੀ ਬਾਉਂਡਰੀ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈਗੀ ਤੇ ਇੱਕ ਛੋਟਾ ਜਿਹਾ ਗੇਟ ਬਣਿਆ ਹੈਗਾ ਬਾਉਂਡਰੀ ਤੋਂ ਅੰਦਰ ਗੁਰਦੁਆਰਾ ਸਾਹਿਬ ਦੀ ਤਰਫ ਜਾਣ ਵਾਸਤੇ ਤੇ ਉੱਥੇ ਬੋਰਡ ਲੱਗਿਆ ਹੋਇਆ ਹੈਗਾ। ਇੱਕ ਦੇ ਉੱਤੇ ਗੁਰਦੁਆਰਾ ਸਾਹਿਬ ਜੀ ਦਾ ਨਾਂ ਲਿਖਿਆ ਹੈਗਾ ਤੇ ਦੂਸਰੇ ਬੋਰਡ ਦੇ ਉੱਤੇ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ। ਅੰਦਰ ਵੜਨ ਦੇ ਉੱਤੇ ਸਾਹਮਣੇ ਆਪ ਜੀ ਨੂੰ ਇੱਕ ਬਹੁਤ ਵੱਡਾ ਮੈਦਾਨ ਨਜ਼ਰ ਆਉਂਦਾ ਹੈਗਾ ਤੇ ਸਾਹਮਣੇ ਇੱਕ ਸੋਹਣੇ ਜਿਹਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁੰਦੇ ਨੇ, ਜਿੱਥੇ ਨੀਲੇ ਰੰਗ ਦਾ ਇੱਕ ਨਿਸ਼ਾਨ ਸਾਹਿਬ ਆਸਮਾਨ ਦੇ ਵਿੱਚ ਲਹਿਰਾ ਰਿਹਾ ਹੈਗਾ। ਅਕਸਰ ਉਹ ਸਥਾਨ ਜਿਹੜੇ ਨਿਹੰਗ ਸਿੱਖਾਂ ਦੇ ਪ੍ਰਬੰਧ ਵਿੱਚ ਹੁੰਦੇ ਨੇ, ਉੱਥੇ ਆਪ ਜੀ ਕੇਸਰੀ ਨਿਸ਼ਾਨ ਸਾਹਿਬ ਦੀ ਜਗ੍ਹਾ ਦੇ ਉੱਤੇ ਨੀਲੇ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰਦੇ ਹੈਗੇ ਹੋ। ਇਸ ਸਥਾਨ ਦੇ ਉੱਤੇ ਵੀ ਨਿਹੰਗ ਸਿੱਖਾਂ ਦਾ ਪ੍ਰਬੰਧ ਹੈ, ਜਿਸ ਕਰਕੇ ਨੀਲਾ ਨਿਸ਼ਾਨ ਸਾਹਿਬ ਇੱਥੇ ਸੁਸ਼ੋਭਿਤ ਹੈ। ਸਾਹਮਣੇ ਇੱਕ ਸੋਹਣਾ ਜਿਹਾ ਗੁਰਦੁਆਰਾ ਸਾਹਿਬ, ਇੱਕ ਬਹੁਤ ਵੱਡਾ ਗੁਰਦੁਆਰਾ। ਆਓ ਅੰਦਰ ਚੱਲੇ ਹੈਗੇ ਆ ਤੇ ਅੰਦਰ ਚੱਲ ਕੇ ਆਪ ਜੀ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਣੇ ਹੈਗੇ ਆ। ਤੇ ਇੱਕ ਦਾਨ ਮਾਂਗੋ ਰਾਮ, ਤੇ ਇੱਕ ਦਾਨ ਸਗਲ ਮਨੋਰਥ ਪੂਰਨ। ਜਿਸ ਗੁਰਦੁਆਰਾ ਸਾਹਿਬ ਜੀ ਦੇ ਆਪ ਜੀ ਦਰਸ਼ਨ ਕਰ ਰਹੇ ਹੈਗੇ ਹੋ, ਇਹ ਉਹੀ ਇਤਿਹਾਸਿਕ ਸਥਾਨ ਹੈਗਾ ਜਿਹਦੇ ਬਾਰੇ ਵਿੱਚ ਮੈਂ ਆਪ ਜੀ ਨੂੰ ਇਤਿਹਾਸ ਦੱਸਦੇ ਵਕਤ ਜ਼ਿਕਰ ਕੀਤਾ ਸੀਗਾ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪਰਿਵਾਰ ਤੇ ਸਿੰਘਾਂ ਨਾਲ ਇਸ ਸਥਾਨ ਦੇ ਉੱਤੇ ਢਕੋਲੀ ਤੋਂ ਆ ਕੇ ਇੱਕ ਦਿਨ ਲਈ ਰੁਕਦੇ ਨੇ। ਇੱਥੇ ਆਪਣੇ ਕਮਰ ਕੱਸੇ ਸਿੰਘ ਖੋਲ੍ਹਦੇ ਨੇ, ਘੋੜੇ ਬੰਦੇ ਨੇ ਤੇ ਨਾਲ ਲੌਹ ਲੰਗਰ ਤਿਆਰ ਕੀਤਾ ਜਾਂਦਾ ਹੈਗਾ। ਇਹ ਉਹੀ ਇਤਿਹਾਸਿਕ ਸਥਾਨ ਹੈ ਜਿੱਥੇ ਲੌਹ ਲੰਗਰ ਪਕਾਇਆ ਗਿਆ ਸੀਗਾ ਤੇ ਜਿਸ ਕਰਕੇ ਇਹਦਾ ਨਾਂ ਲੋਹਗੜ੍ਹ ਪਿਆ ਕਾਲਾਂਤਰ ਵਿੱਚ। ਤੇ ਇੱਥੋਂ ਹੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੰਗੇ ਪੈਰ ਉਸ ਸਥਾਨ ਦੇ ਉੱਤੇ ਪੁੱਜਦੇ ਨੇ ਜਿੱਥੇ ਪੀਰ ਦਰਗਾਹੀ ਸ਼ਾਹ ਜੀ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈਗੀ ਤੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ਼੍ਰੀ ਨਾਭਾ ਸਾਹਿਬ ਜੀ ਸੁਸ਼ੋਭਿਤ ਹੈਗੇ। ਆਠ ਪਹਿਰ ਗੁਣ ਗਾਵੋ, ਮਾਂਗੋ ਰਾਮ ਤੇ ਇੱਕ ਦਾਨ, ਮਾਂਗੋ ਰਾਮ। ਸੰਗਤ ਜੀ, ਗੁਰਦੁਆਰਾ ਸ਼੍ਰੀ ਲੋਹਗੜ੍ਹ ਸਾਹਿਬ ਪਾਤਸ਼ਾਹੀ 10ਵੀਂ ਦੇ ਦਰਸ਼ਨ ਕਰਨ ਤੋਂ ਉਪਰੰਤ ਹੁਣ ਆਪ ਜੀ ਨੂੰ ਅਸੀਂ ਲੈ ਕੇ ਚੱਲੇ ਹੈਗੇ ਹਾਂ ਗੁਰਦੁਆਰਾ ਸ਼੍ਰੀ ਨਾਭਾ ਸਾਹਿਬ ਜੀ ਪਾਤਸ਼ਾਹੀ 9ਵੀਂ ਅਤੇ 10ਵੀਂ। ਆਓ ਤੁਸੀਂ ਵੀ ਸਾਡੇ ਨਾਲ ਚਲੋ ਤੇ ਉਸ ਥਾਂ ਦੇ ਵੀ ਦਰਸ਼ਨ ਕਰੋ। बरनत सुमत त्रिभुवन महीप सुर नर असुर। ਹੁਣ ਅਸੀਂ ਆ ਪੁੱਜੇ ਹੈਗੇ ਹਾਂ ਗੁਰਦੁਆਰਾ ਸ਼੍ਰੀ ਨਾਭਾ ਸਾਹਿਬ ਜੀ ਪਾਤਸ਼ਾਹੀ 9ਵੀਂ ਅਤੇ 10ਵੀਂ। ਆਪ ਜੀ ਦਰਸ਼ਨ ਕਰ ਰਹੇ ਹੈਗੇ ਹੋ ਦੂਰੋਂ ਹੀ ਨਜ਼ਰ ਆਉਂਦੇ ਹੋਏ ਇੱਕ ਬਹੁਤ ਵੱਡੇ ਗੇਟ ਦੇ, ਜਿਹਦੇ ਅੰਦਰ ਜਾਣ ਦੇ ਉੱਤੇ ਸੱਜੇ ਹੱਥ ਨੂੰ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕਾਂ ਦਾ ਦਫ਼ਤਰ ਹੈ ਤੇ ਸਾਹਮਣੇ ਖੱਬੇ ਹੱਥ ਨੂੰ ਇੱਥੇ ਰਿਹਾਇਸ਼ ਦੇ ਕਮਰੇ ਤੇ ਲੰਗਰ ਹਾਲ ਬਣਿਆ ਹੋਇਆ ਹੈਗਾ ਤੇ ਸੱਜੇ ਹੱਥ ਨੂੰ ਆਪ ਜੀ ਨੂੰ ਦਰਸ਼ਨ ਹੁੰਦੇ ਨੇ ਇੱਕ ਸੋਹਣੀ ਜਾਂ ਦੁੱਧ ਵਰਗੀ ਚਿੱਟੀ ਬਿਲਡਿੰਗ, ਜਿਹਦੇ ਗੁੰਬਦ ਦੇ ਉੱਤੇ ਸੋਨੇ ਵਰਗਾ ਸੁਨਹਿਰੀ ਕਲਰ ਕੀਤਾ ਹੋਇਆ ਹੈ ਤੇ ਨਾਲ ਹੀ ਇੱਕ ਸੋਹਣੇ ਨਿਸ਼ਾਨ ਸਾਹਿਬ ਜੀ ਦੇ। ਜੋੜਾ ਘਰ ਤੋਂ ਜੋੜਾ ਉਤਾਰਨ ਤੋਂ ਬਾਅਦ ਹੁਣ ਆਪ ਜੀ ਨੂੰ ਅਸੀਂ ਲੈ ਕੇ ਚੱਲੇ ਹੈਗੇ ਹਾਂ ਅੰਦਰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਉਣ ਲਈ। ਜਾਗਤ ਜੋਤ ਜਪੈ ਨਿਸਵਾਸ, ਜਾਗਤ ਜੋਤ ਜਪੈ ਨਿਸਵਾਸ। ਏਕ ਬਿਨਾ ਮਨ ਨੈਕ ਨਾਨੇ, ਏਕ ਬਿਨਾ ਮਨ ਨੈਕ ਨਾਨੇ। ਪੂਰਨ ਪ੍ਰੇਮ ਪ੍ਰਤੀਤ ਸਜੈ, ਪੂਰਨ ਪ੍ਰੇਮ ਪ੍ਰਤੀਤ। ਸੰਗਤ ਜੀ, ਆਪ ਜੀ ਜਿਸ ਸੋਹਣੀ ਪਾਲਕੀ ਸਾਹਿਬ ਜੀ ਦੇ ਦਰਸ਼ਨ ਦਰਬਾਰ ਹਾਲ ਵਿੱਚ ਕਰ ਰਹੇ ਹੈਗੇ ਹੋ, ਇਹ ਉਹੀ ਸਥਾਨ ਹੈ ਜਿੱਥੇ ਨਵੀਂ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਇੱਕ ਰਾਤ ਲਈ ਰੱਖਿਆ ਗਿਆ ਸੀਗਾ, ਜਿਹਦੀ ਸੇਵਾ ਸੰਭਾਲ ਪੀਰ ਦਰਗਾਹੀ ਸ਼ਾਹ ਫਕੀਰ ਜੀ ਨੇ ਕੀਤੀ ਸੀਗੀ। ਜਾਗਤ ਜੋਤ ਜਪੈ ਨਿਸਵਾਸ, ਜਾਗਤ ਜੋਤ ਜਪੈ ਨਿਸਵਾਸ। ਏਕ ਬਿਨਾ ਮਨ ਨੈਕ ਨਾਨੇ, ਏਕ ਬਿਨਾ ਮਨ ਨੈਕ ਨਾਨੇ। ਪੂਰਨ ਪ੍ਰੇਮ ਪ੍ਰਤੀਤ ਸਜੈ,
प्रेम प्रतीत सजै व्रत गोर मडी मट फूल न माने फूल न माने फूल न माने जागत जोत जपै निस्वास जागत जोत जपै निस्वास एक बिना मन नैक नाने एक बिना मन नैक नाने एक बिना मन नैक नाने। ਸੰਗਤ ਜੀ, ਹੁਣ ਆਪ ਜੀ ਨੂੰ ਲੈ ਕੇ ਚੱਲੇ ਹੈਗੇ ਆ ਦਰਗਾਹ ਪੀਰ ਦਰਗਾਹੀ ਸ਼ਾਹ ਫਕੀਰ ਜੀ ਦੀ। ਗੁਰਦੁਆਰਾ ਸਾਹਿਬ ਦੇ ਗੇਟ ਤੋਂ ਬਾਹਰ ਖੱਬੇ ਹੱਥ ਨੂੰ ਇਹ ਉਹ ਸਥਾਨ ਹੈ ਜਿੱਥੇ ਪੀਰ ਜੀ ਦੀ ਦਰਗਾਹ ਹੈਗੀ। ਇਹਦਾ ਪੁਨਰ ਨਿਰਮਾਣ ਕਾਰਜ ਚੱਲ ਰਿਹਾ ਹੈ, ਯਾਨੀ ਕਿ ਰੈਨੋਵੇਸ਼ਨ ਚੱਲ ਰਹੀ ਹੈਗੀ। ਆਓ ਅੰਦਰ ਚਲੀਏ ਤੇ ਉੱਥੇ ਦੇ ਵੀ ਦਰਸ਼ਨ ਕਰੀਏ। सतगुर टाक लिया मोहे पापी पड़दा निर्गुण राख लिया संतन का सदका टाकण हारे प्रभु हमारे जी प्राण सुख दाते जी प्राण सुख दाते अब नासी अवगत स्वामी पूर्ण पुरख विधाते पूर्ण पुरख विधाते निर्गुण राख लिया संतन का सदका। ਪੀਰ ਸਾਹਿਬ ਜੀ ਦੇ ਮਜ਼ਾਰ ਦੇ ਨਾਲ ਆਪ ਜੀ ਦੇਖ ਸਕਦੇ ਹੈਗੇ ਹੋ, ਇੱਕ ਇੱਥੇ ਫੋਟੋ ਪਈ ਹੈਗੀ ਭਾਈ ਜੈਤਾ ਜੀ ਦੀ, ਜਿਹਦੇ ਵਿੱਚ ਉਹਨਾਂ ਨੇ ਆਪਣੀ ਗੋਦ ਵਿੱਚ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਬੜੇ ਪਿਆਰ ਨਾਲ ਤੇ ਬੜੇ ਇhtiyat ਨਾਲ ਰੱਖਿਆ ਹੋਇਆ ਹੈਗਾ। ਆਪ ਵੀ ਇਹਦੇ ਦਰਸ਼ਨ ਕਰੋ। प्रभु हमारे जी प्राण सुख दाते जी प्राण सुख दाते अब नासी अवगत स्वामी पूर्ण पुरख विधाते पूर्ण पुरख विधाते निर्गुण राख लिया संतन का सदका निर्गुण राख लिया संतन का सदका। तब सर्वनाम कथ कवन कर्म नाम बरनत सुमत। ਸੰਗਤ ਜੀ, ਅੱਜ ਦੇ ਐਪੀਸੋਡ ਵਿੱਚ ਆਪ ਜੀ ਨੇ ਦਰਸ਼ਨ ਕੀਤੇ ਤਿੰਨ ਸਥਾਨਾਂ ਦੇ। ਉਹ ਤਿੰਨ ਇਤਿਹਾਸਿਕ ਸਥਾਨ ਸੀਗੇ। ਪਹਿਲਾ ਗੁਰਦੁਆਰਾ ਸ਼੍ਰੀ ਲੋਹਗੜ੍ਹ ਸਾਹਿਬ ਜੀ ਪਾਤਸ਼ਾਹੀ 10ਵੀਂ, ਉਪਰੰਤ ਗੁਰਦੁਆਰਾ ਸ਼੍ਰੀ ਨਾਭਾ ਸਾਹਿਬ ਜੀ ਪਾਤਸ਼ਾਹੀ 9ਵੀਂ ਅਤੇ 10ਵੀਂ, ਤੇ ਤੀਸਰਾ ਸਥਾਨ ਸੀਗਾ ਪੀਰ ਦਰਗਾਹੀ ਸ਼ਾਹ ਜੀ ਦੀ ਫਕੀਰ ਜੀ ਦੀ ਦਰਗਾਹ। ਤੇ ਜਾਣਿਆ ਇੱਥੇ ਦਾ ਸੰਪੂਰਨ ਇਤਿਹਾਸ। ਉਮੀਦ ਕਰਨੇ ਆ ਆਪ ਜੀ ਨੂੰ ਇਹ ਸਾਰਾ ਐਪੀਸੋਡ ਤੇ ਇਤਿਹਾਸ ਪਸੰਦ ਆਇਆ ਹੋਵੇਗਾ। ਕੱਲ ਆਪ ਜੀ ਨੂੰ ਇੱਕ ਹੋਰ ਨਵੇਂ ਸਥਾਨ ਤੇ ਲੈ ਕੇ ਚੱਲਾਂਗੇ। ਇੱਕ ਨਵਾਂ ਸਥਾਨ, ਇੱਕ ਨਵਾਂ ਇਤਿਹਾਸ, ਇੱਕ ਨਵਾਂ ਗੁਰਦੁਆਰਾ ਸਾਹਿਬ। ਤਦ ਤੱਕ ਤੁਸੀਂ ਆਪਣਾ ਪਿਆਰ ਇਸ ਤਰ੍ਹਾਂ ਨਾਲ ਬਣਾਈ ਰੱਖੋ ਸਾਡੇ ਨਾਲ, ਤੇ ਦੇਖਦੇ ਰਹੋ ਸਾਡੀ ਇਹ ਜਰਨੀ, ਸਪਿਰਿਚੁਅਲ ਜਰਨੀ ਆਫ ਟਰਬਨ ਟਰੈਵਲਰ ਯਾਤਰਾ। ਦਸ਼ਮ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਾਡੇ YouTube ਚੈਨਲ ਦਾ ਟਰਬਨ ਟਰੈਵਲਰ, ਤੇ ਨਾਲ ਹੀ PTC ਸਿਮਰਨ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਵਾਹ ਰਮਜ਼ਾਂ ਤੇਰੀਆਂ ਵੇ ਬਾਬਾ, ਵਾਹ ਵਾਹ ਰਮਜ਼ਾਂ ਤੇਰੀਆਂ। ਵਾਹਿਗੁਰੂ ਜੀ ਵਾਹਿਗੁਰੂ, ਵਾਹ ਵਾਹ ਰਮਜ਼ਾਂ ਤੇਰੀਆਂ ਵੇ ਬਾਬਾ, ਵਾਹ ਵਾਹ ਰਮਜ਼ਾਂ ਤੇਰੀਆਂ ਵੇ। ਤੇਰੀ ਮਾਝ ਚੋਂ ਵੇ ਤੇਰੀ ਫਾਜ ਚੋਂ। ਵਾਹਿਗੁਰੂ ਜੀ ਵਾਹਿਗੁਰੂ, ਤੇਰੀ ਮਾਝ ਚੋਂ ਵੇ ਤੇਰੀ ਫਾਜ